Hello, my dear students. This is the second part of this lesson. The Bewitched Jacket, written by Dino Buzzati. My heart began to race. ਮੇਰਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਿਆ. ਇਟ ਵਾਸ ਸਮਥਿੰਗ ਮਿਸਚੀਰੀਅਸ ਹੁੰਦਾ ਹੈ ਰਹੱਸਮਈ. ਇਹ ਇੱਕ ਰਹੱਸਮਈ ਗੱਲ ਸੀ. ਯਸਟ ਲਾਈਕ ਆ ਫੇਰੀ ਟੇਲ ਡਿਫੀਕਲਟ ਟੂ ਬਿਲੀਵ. ਇੱਕ ਪਰੀ ਦੀ ਕਹਾਣੀ ਦੀ ਤਰ੍ਹਾਂ ਜਿਸ 'ਤੇ ਵਿਸ਼ਵਾਸ ਕਰਨਾ ਔਖਾ ਸੀ. ਆਈ ਲੈਫਟ ਦਾ ਆਫਿਸ ਐਂਡ ਵੈਂਟ ਹੋਮ. ਮੈਂ ਦਫ਼ਤਰ ਛੱਡ ਕੇ ਘਰ ਚਲਾ ਗਿਆ. ਆਈ ਵਾਂਟਡ ਟੂ ਬੀ ਅਲੋਨ. ਮੈਂ ਇਕੱਲਾ ਬੈਠਣਾ ਚਾਹੁੰਦਾ ਸੀ. ਲੱਕੀਲੀ ਮਾਈ ਮੇਡ ਹੈਡ ਆਲਰੇਡੀ ਗੋਨ. ਕਿਸਮਤ ਨਾਲ ਮੇਰੀ ਨੌਕਰਾਣੀ, ਮੇਡ ਮਤਲਬ ਨੌਕਰਾਣੀ, ਪਹਿਲਾਂ ਹੀ ਜਾ ਚੁੱਕੀ ਸੀ. ਆਏ ਸ਼ਟ ਦਾ ਡੋਰਸ ਐਂਡ ਲੋਡ ਦਾ ਬਲਾਈਂਡਸ. ਮੈਂ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਪਰਦਾ ਗਿਰਾ ਦਿੱਤਾ. ਬਲਾਈਂਡਸ ਦਾ ਮਤਲਬ ਹੁੰਦਾ ਪਰਦਾ ਬਈ. ਆਈ ਬੈਗਨ ਟੂ ਟੇਕ ਆਊਟ ਦਾ ਨੋਟਸ ਵਨ ਆਫਟਰ ਅਨਦਰ ਵੈਰੀ ਕੁਇਕਲੀ. ਮੈਂ ਇੱਕ ਦੇ ਬਾਅਦ ਇੱਕ ਕਰਕੇ ਨੋਟ ਕੱਢਣ ਲੱਗਾ. ਬਹੁਤ ਜਲਦੀ. ਵੈਰੀ ਕੁਇਕਲੀ ਮਤਲਬ ਬਹੁਤ ਜਲਦੀ. ਮਾਈ ਪੋਕਿਟ ਵਾਸ ਨੈਵਰ ਐਮਪਟੀ. ਮੇਰੀ ਜੇਬ ਕਦੀ ਖਾਲੀ ਨਹੀਂ ਹੁੰਦੀ ਸੀ. ਆਈ ਡਿਡ ਇਟ ਅਗੇਨ ਐਂਡ ਅਗੇਨ ਵਿਦ ਅ ਫੀਅਰ ਦੈਟ ਦਾ ਮਿਰੈਕਲ ਮੇ ਐਂਡ ਐਨੀ ਟਾਈਮ. ਮੈਂ ਅਜਿਹਾ ਬਾਰ ਕਰਦਾ ਗਿਆ. ਅਗੇਨ ਐਂਡ ਅਗੇਨ ਬਾਰ. ਇਹ ਡਰ ਲਏ ਹੋਏ ਮਤਲਬ ਇਸ ਤਰ੍ਹਾਂ ਡਰਦੇ ਹੋਏ, ਫੀਅਰ, ਕਿ ਇਹ ਅਜੂਬਾ ਕਦੇ ਖਤਮ ਵੀ ਹੋ ਸਕਦਾ ਸੀ. ਮਤਲਬ ਮੈਨੂੰ ਡਰ ਸੀਗਾ ਵੀ ਇਟ ਮੇ ਐਂਡ ਐਨੀ ਟਾਈਮ, ਕਿਸੇ ਵੀ ਵੇਲੇ ਮਤਲਬ ਇਹ ਖਤਮ ਹੋ ਸਕਦਾ, ਐਂਡ ਹੋ ਸਕਦਾ. ਆਈ ਵਾਂਟਡ ਟੂ ਕੰਟੀਨਿਊ ਡੇ ਐਂਡ ਨਾਈਟ. ਮੈਂ ਇਸ ਨੂੰ ਦਿਨ ਰਾਤ ਰੱਖਣਾ ਚਾਹੁੰਦਾ ਸੀ. ਅੰਟਿਲ ਆਈ ਹੈਡ ਬਿਲੀਅਨਸ. ਆਖਿਰ ਵਿੱਚ ਮੇਰੇ ਕੋਲ ਲੱਖਾਂ ਹੋ ਗਏ. ਠੀਕ ਹੈ ਵੀ, ਲੱਖਾਂ ਰੁਪਈਏ ਉਹਦੇ ਕੋਲੇ ਹੋ ਗਏ. ਵਟ ਐਟ ਅ ਸਰਟੇਨ ਪੁਆਇੰਟ. ਇੱਕ ਸਮਾਂ ਆਇਆ. ਦਾ ਫਲੋ ਡਿਮਨਿਸ਼ਡ. ਮਤਲਬ ਇੱਕ ਸਮਾਂ ਐਸਾ ਆਇਆ ਜਦੋਂ ਉਹਦੀ ਜਿਹੜੀ ਪ੍ਰਵਾਹ ਦੀ ਜਿਹੜੀ ਗਤੀ ਹੈ, ਉਹਦੀ ਜਿਹੜੀ ਸਪੀਡ ਹੈ, ਉਹ ਘੱਟ ਹੋ ਗਈ. ਦੇਅਰ ਵਾਸ ਅ ਹੀਪ ਆਫ ਨੋਟਸ ਬਿਫੋਰ ਮੀ. ਮੇਰੇ ਸਾਹਮਣੇ ਨੋਟਾਂ ਦਾ ਇੱਕ ਢੇਰ ਪਿਆ ਸੀ. ਹੀਪ ਦਾ ਮਤਲਬ ਢੇਰ, ਹੀਪ ਮਤਲਬ ਢੇਰ ਪਿਆ ਸੀ. ਦਾ ਇੰਪੋਰਟੈਂਟ ਥਿੰਗ ਵਾਸ ਟੂ ਹਾਈਡ ਦੈਮ ਸੋ ਨੋ ਵਨ ਮਾਈਟ ਗੈਟ ਵਿੰਡ ਆਫ ਇਟ. ਜ਼ਰੂਰੀ ਗੱਲ ਇਹ ਹੈ ਕਿ ਉਹਨਾਂ ਨੂੰ ਛੁਪਾ ਦਿੱਤਾ ਜਾਵੇ ਤਾਂ ਜੋ
ਕਿਸੇ ਨੂੰ ਵੀ ਉਸ ਦੀ ਕੋਈ ਭਣਕ ਨਾ ਪਏ, ਮਤਲਬ ਪਤਾ ਨਾ ਲੱਗੇ। I emptied an old trunk full of rugs and put the money arranged in many piles at the bottom। ਮੈਂ ਕੰਬਲਾਂ ਨਾਲ, ਮਤਲਬ ਰਗਜ਼ ਮਤਲਬ ਕੰਬਲ ਬਈ, ਮੈਂ ਕੰਬਲਾਂ ਨਾਲ ਭਰਿਆ ਹੋਇਆ ਪੁਰਾਣਾ ਟਰੰਕ ਖਾਲੀ ਕੀਤਾ ਅਤੇ ਇਸ ਵਿੱਚ ਪੈਸੇ ਪਾ ਦਿੱਤੇ, ਸਭ ਤੋਂ ਹੇਠਾਂ ਤੱਕ ਅਨੇਕ ਤਹਿਆਂ ਲਗਾ ਕੇ, ਮਤਲਬ ਤਹਿ ਲਾ ਕੇ ਪਾਤੇ ਬਈ। ਤਾਂ then I slowly began counting। ਫਿਰ ਮੈਂ ਹੌਲੀ ਹੌਲੀ ਗਿਣਨਾ ਸ਼ੁਰੂ ਕੀਤਾ। ਠੀਕ ਹੈ, ਗਿਣਨਾ ਸ਼ੁਰੂ ਕੀਤਾ। there were 58 million ਲਾਇਰ। ਉਹ 58 ਮਿਲੀਅਨ, 58 ਮਿਲੀਅਨ ਦਾ ਮਤਲਬ ਹੈਗਾ 5 ਕਰੋੜ 8 ਲੱਖ ਲਾਇਰ ਸਨ। I woke up the next morning after maid arrived। ਅਗਲੀ ਸਵੇਰ ਮੈਂ ਨੌਕਰਾਣੀ ਦੇ ਆਉਣ ਤੋਂ ਬਾਅਦ ਜਾਗਿਆ, ਯਾਨੀ ਉਸ ਤੋਂ ਬਾਅਦ ਉਹ ਪਹਿਲਾਂ ਆਈ ਫਿਰ ਮੈਂ ਜਾਗਿਆ। She was amazed to see me in bed wearing a ਸੂਟ। ਉਹ ਮੈਨੂੰ ਸੂਟ ਪਾਏ ਹੋਏ ਹੀ ਬਿਸਤਰ 'ਤੇ ਲੇਟੇ ਦੇਖ ਕੇ ਹੈਰਾਨ ਰਹਿ ਗਈ। I tried to laugh, explaining that I had drunk a little too much the night before। ਮੈਂ ਹੱਸਣ ਦੀ ਕੋਸ਼ਿਸ਼ ਕੀਤੀ, ਇਹ ਸਮਝਾਉਂਦੇ ਹੋਏ, ਮਤਲਬ ਇਹ ਐਕਸਪਲੇਨ ਕਰਦੇ ਹੋਏ ਕਿ ਬੀਤੀ ਰਾਤ ਮੈਂ ਕੁਝ ਜ਼ਿਆਦਾ ਹੀ ਪੀ ਗਿਆ ਸੀ। The maid asked me to take off the suit so that at least she could give it a brushing। ਨੌਕਰਾਣੀ ਨੇ ਕਿਹਾ ਕਿ ਮੈਂ ਸੂਟ ਉਤਾਰ ਦੇਵਾਂ ਤਾਂ ਕਿ ਉਹ ਇਸ ਨੂੰ ਘੱਟ ਤੋਂ ਘੱਟ ਬੁਰਸ਼ ਮਾਰ ਕੇ ਝਾੜ ਦੇਵੇ। ਠੀਕ ਹੈ, ਬਰਸ਼ ਮਾਰਨਾ ਮਤਲਬ ਬੁਰਸ਼ ਮਾਰ ਕੇ ਝਾੜਨਾ। I answered that I had to go out immediately and didn't have time to change। ਮੈਂ ਉੱਤਰ ਦਿੱਤਾ ਕਿ ਮੈਨੂੰ ਤੁਰੰਤ ਬਾਹਰ ਜਾਣਾ ਸੀ ਅਤੇ ਮੇਰੇ ਕੋਲ ਕੱਪੜੇ ਬਦਲਣ ਦਾ ਸਮਾਂ ਨਹੀਂ ਸੀ। Then hurriedly I went to a store selling ready to wear clothes to buy another suit of the same kind। ਫਿਰ ਜਲਦੀ ਨਾਲ ਮੈਂ ਸਿਲੇ ਸਿਲਾਏ ਕੱਪੜੇ ਵੇਚਣ ਵਾਲੀ ਇੱਕ ਦੁਕਾਨ 'ਤੇ ਗਿਆ ਉਸੇ ਤਰ੍ਹਾਂ ਦਾ ਦੂਜਾ ਸੂਟ ਖਰੀਦਣ ਲਈ। I would leave this one in the maid's care। Mine I would hide in a safe place। ਮੈਂ ਸੋਚਿਆ ਕਿ ਮੈਂ ਇਸ ਨਵੇਂ ਸੂਟ ਨੂੰ ਨੌਕਰਾਣੀ ਦੀ ਦੇਖ ਰੇਖ ਵਿੱਚ ਛੱਡ ਦੇਵਾਂਗਾ ਅਤੇ ਆਪਣੇ
ਵਾਲੇ ਕੋਟ ਨੂੰ ਇੱਕ ਸੁਰੱਖਿਅਤ ਥਾਂ 'ਤੇ ਛੁਪਾ ਕੇ ਰੱਖ ਦੇਵਾਂਗਾ। I didn't know whether I was living in a dream। ਮੈਨੂੰ ਪਤਾ ਨਹੀਂ ਚੱਲ ਰਿਹਾ ਸੀ ਕਿ ਮੈਂ ਇੱਕ ਸੁਪਨੇ ਵਾਲੀ ਜ਼ਿੰਦਗੀ ਜਿਉ ਰਿਹਾ ਹੋਵਾਂ। ਲਿਵਿੰਗ ਇਨ ਏ ਡਰੀਮ ਮਤਲਬ ਸੁਪਨੇ ਦੇ ਵਿੱਚ ਗੁਜ਼ਰ ਰਿਹਾ ਹੋਵਾਂ। On the street I was continually feeling my pocket through my raincoat। ਗਲੀ ਵਿੱਚ ਆਉਣ 'ਤੇ ਮੈਂ ਰੋਜ਼ ਆਪਣੀ ਰੇਨਕੋਟ ਮਤਲਬ ਜਿਹੜੀ ਬਰਸਾਤ 'ਚ ਪਾਉਂਦੇ ਹਾਂ ਕੱਪੜੇ ਆਪਾਂ ਦੇ ਨੀਚੇ ਵਾਲੀ ਜੇਬ ਨੂੰ ਟਟੋਲਦਾ ਰਿਹਾ, ਮਤਲਬ ਉਹਨੂੰ ਫੀਲ ਕਰਦਾ ਰਿਹਾ। ਈਚ ਟਾਈਮ ਆਈ ਬਰੀਦਡ ਅ ਸਾਈ ਆਫ ਰਿਲੀਫ। ਹਰ ਵਾਰ ਮੈਂ ਰਾਹਤ ਦਾ ਸਾਹ ਲੈਂਦਾ। ਆਈ ਕੁਡ ਫੀਲ ਦਾ ਪੇਪਰ ਮਨੀ। ਮੈਨੂੰ ਉੱਥੇ ਕਾਗਜ਼ ਦਾ ਇੱਕ ਨੋਟ ਮਹਿਸੂਸ ਹੋ ਸਕਦਾ ਸੀ। ਵਟ ਐਨ ਐਕਸੀਡੈਂਟ ਦਾ ਮਤਲਬ ਐਨ ਇੰਸੀਡੈਂਟ ਡੈਪਨਡ ਮਾਈ ਜੋਏ। ਪਰ ਇੱਕ ਘਟਨਾ ਨਾਲ ਮੇਰਾ ਜੋਸ਼ ਠੰਡਾ ਪੈ ਗਿਆ। ਜੋਏ ਮਤਲਬ ਜੋਸ਼, ਖੁਸ਼ੀ, ਉਹ ਮੇਰੀ ਘੱਟ ਹੋ ਗਈ। ਦੇਅਰ ਵਾਸ ਨਿਊਜ਼ ਆਫ ਅ ਬੈਂਕ ਰੋਬਰੀ ਇਨ ਦਾ ਮੋਰਨਿੰਗ ਪੇਪਰ। ਉੱਥੇ ਸਵੇਰ ਦੇ ਸਮਾਚਾਰ ਪੱਤਰ ਵਿੱਚ ਇੱਕ ਬੈਂਕ ਡਕੈਤੀ ਦਾ, ਬੈਂਕ ਚੋਰੀ ਦੀ ਖਬਰ ਸੀ। ਬੈਂਕ ਚੋਰੀ ਦੀ ਖਬਰ ਸੀ। ਅ ਬੈਂਕਸ ਆਰਮਰਸ ਕਾਰ ਵਾਸ ਕੈਰਿੰਗ ਮਨੀ ਟੂ ਦਾ ਮੇਨ ਆਫਿਸ ਵੈਨ ਇਟ ਵਾਸ ਸਟਾਪਡ ਐਂਡ cleaned out in Viale Palmanova by 4 criminals। ਇੱਕ ਬੈਂਕ ਦੀ ਆਰਮਰਡ ਕਾਰ ਮਤਲਬ ਹੁੰਦਾ ਹੈ ਵੀ ਬਖਤਰਬੰਦ, ਮਤਲਬ ਜਿਹਦੇ ਵਿੱਚ ਬੋਡੀਗਾਰਡ ਵਗੈਰਾ ਹੋਣ, ਬੰਦੂਕਾਂ ਵਾਲੇ। ਗੱਡੀ ਮੁੱਖ ਦਫ਼ਤਰ ਦੇ ਵੱਲ ਪੈਸੇ ਲੈ ਕੇ ਜਾ ਰਹੀ ਸੀਗੀ ਕਿ 4 ਚੋਰਾਂ ਦੁਆਰਾ ਇਸ ਨੂੰ ਮੱਧ ਮਾਰਗ ਮਤਲਬ ਅੱਧ ਵਿਚਾਲੇ, ਠੀਕ ਹੈ, ਲੀ ਪਾਲਮਨੋਵਾ 'ਤੇ ਰੋਕ ਲਿਆ ਅਤੇ ਇਸ ਵਿੱਚੋਂ ਸਾਰੀ ਰਾਸ਼ੀ ਸਾਫ਼ ਕਰ ਦਿੱਤੀ, ਮਤਲਬ ਸਾਰੇ ਪੈਸੇ ਲੁੱਟ ਲਏ। ਠੀਕ ਹੈ ਬਈ। ਐਜ਼ ਪੀਪਲ ਗੈਦਰਡ ਅਰਾਊਂਡ the scene one of the criminal began to shoot and a man was killed। ਜਦ ਉਸ ਮੌਕੇ 'ਤੇ ਲੋਕ ਇਕੱਠੇ ਹੋਏ ਤਾਂ ਅਪਰਾਧੀਆਂ ਵਿੱਚੋਂ ਇੱਕ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਆਦਮੀ ਮਰ ਗਿਆ। ਬਟ ਅਬਵ ਆਲ, ਪਰ ਸਭ ਤੋਂ ਵੱਡੀ ਗੱਲ, ਦਾ ਅਮਾਊਂਟ ਆਫ ਦਾ ਲੂਟ ਸਟਰੱਕ ਇਟ ਵਾਸ
58 ਮਿਲੀਅਨ ਲਾਇਰ। ਲੁੱਟੀ ਹੋਈ ਰਾਸ਼ੀ ਅਚੰਭਾ ਦੇਣ ਵਾਲੀ ਸੀ, ਮਤਲਬ ਸਦਮਾ ਦੇਣ ਵਾਲੀ ਸੀਗੀ। ਉਹ ਕਿੰਨੀ ਸੀਗੀ ਬਈ? 58 ਮਿਲੀਅਨ ਲਾਇਰ ਸੀਗੇ, 58 ਮਿਲੀਅਨ ਲਾਇਰ। when there a connection between my sudden wealth and the theft that had happened almost at the same time। कि अचानक मिली मेरी दौलत, अचानक मिली मेरी दौलत ਅਤੇ ਇਸ ਚੋਰੀ ਵਿੱਚ ਕੋਈ ਸੰਬੰਧ ਸੀ ਜੋ ਲਗਭਗ ਇੱਕ ਹੀ ਸਮੇਂ 'ਤੇ ਘਟੀਆਂ ਸੀ। ਯਾਨੀ ਦੋਵੇਂ ਘਟਨਾਵਾਂ, ਉਹਦੇ ਕੋਲੇ ਵੀ 58 ਮਿਲੀਅਨ ਲਾਇਰ ਆਏ ਸੀਗੇ ਅਤੇ ਜਿਹੜੀ ਚੋਰੀ ਹੋਈ ਸੀ ਉਹ ਵੀ ਇੰਨੇ ਦੀ ਹੋਈ ਸੀਗੀ। ਇਜ਼ ਇਟ ਫੁਲਿਸ਼ ਟੂ ਥਿੰਕ ਸੋ। ਕਹਿੰਦਾ ਵੀ ਕੀ ਇਸ ਤਰ੍ਹਾਂ ਸੋਚਣਾ ਮੂਰਖਤਾ ਸੀ, ਮਤਲਬ ਅੰਧ ਵਿਸ਼ਵਾਸੀ ਵਾਲੀ ਗੱਲ ਸੀਗੀ। ਵਟਸ ਮੋਰ ਆਈ ਐਮ ਨੋਟ ਸੁਪਰਸਟੀਸ਼ੀਅਸ। ਮਤਲਬ ਇਸ ਤੋਂ ਵੀ ਜ਼ਿਆਦਾ ਕੀ ਹੈ ਵੀ ਮੈਂ ਅੰਧ ਵਿਸ਼ਵਾਸੀ ਨਹੀਂ ਸੀਗਾ, ਸੁਪਰਸਟੀਸ਼ੀਅਸ ਨਹੀਂ ਸੀਗਾ। What the incident left me a little confused। ਪਰ ਇਸ ਘਟਨਾ ਨੇ ਮੈਨੂੰ ਥੋੜ੍ਹਾ ਕਨਫਿਊਜ਼ ਕਰ ਦਿੱਤਾ, ਮਤਲਬ ਮੈਨੂੰ ਉਲਝਣ 'ਚ ਪਾਤਾ। The more you get, the more you want। ਮਤਲਬ ਜਿੰਨੀ ਜ਼ਿਆਦਾ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਓਨਾ ਹੀ ਜ਼ਿਆਦਾ ਬੰਦੇ ਦੀ ਜਿਹੜੀ ਇੱਛਾ ਹੈ ਉਹ ਵੱਧ ਜਾਂਦੀ ਹੈ। ਠੀਕ ਹੈ ਬਈ। ਆਈ ਵਾਸ ਆਲਰੇਡੀ ਰਿਚ। ਮੈਂ ਪਹਿਲਾਂ ਹੀ ਅਮੀਰ ਸੀ। ਵਟ ਆਈ ਵਾਂਟਡ ਟੂ ਗੈਟ ਰਿਚਰ। ਪਰ ਮੈਂ ਹੋਰ ਵੀ ਧਨੀ ਹੋਣਾ ਚਾਹੁੰਦਾ ਸੀ, ਹੋਰ ਪੈਸੇ ਵਾਲਾ, ਹੋਰ ਅਮੀਰ ਹੋਣਾ ਚਾਹੁੰਦਾ ਸੀ। ਐਂਡ ਦ ਸੇਮ ਈਵਨਿੰਗ ਆਈ ਸੈਟ ਟੂ ਵਰਕ ਅਗੇਨ। ਅਤੇ ਉਸ ਸ਼ਾਮ ਮੈਂ ਦੁਬਾਰਾ ਉਸੇ ਕੰਮ 'ਤੇ ਲੱਗ ਗਿਆ। ਦਿਸ ਟਾਈਮ ਇਟ ਵਾਸ 135 ਮਿਲੀਅਨ। ਇਸ ਵਾਰ ਇਹ 135 ਮਿਲੀਅਨ ਹੋ ਗਏ।